ਸਟੂਡੈਂਟਸ, ਤੁਹਾਡਾ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ। ਬੱਚਿਓ, ਆਪਾਂ ਕਹਾਣੀ ਮੰਚ ਮਹਿਕ ਦੀ ਇਕਾਂਗੀ ਪਰਤ ਆਉਣ ਤੱਕ ਕਰ ਰਹੇ ਸੀ, ਜਿਸ ਦਾ ਆਪਾਂ ਪਾਰਟ 1 ਕਰ ਚੁੱਕੇ ਹਾਂ ਤੇ ਜਿਸ ਦੇ ਪਾਰਟ 1 ਦੀ ਸਟੋਰੀ ਨੂੰ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੀ ਹਾਂ। ਇਹਦੇ ਵਿੱਚ ਆਪਾਂ ਦੇਖਿਆ ਸੀ ਕਿ ਕਰਤਾਰੀ ਤੇ ਸੰਤੀ, ਕਰਤਾਰੀ ਸੱਜਣ ਦੀ ਘਰ ਵਾਲੀ ਹੈ ਤੇ ਸੰਤੀ ਸੁੰਦਰ ਦੀ ਘਰ ਵਾਲੀ ਹੈ। ਦੋਨੋਂ ਆਪਸ ਵਿੱਚ ਛੋਟੀ ਛੋਟੀ ਗੱਲ ਪਿੱਛੇ ਬਹੁਤ ਲੜਾਈ ਕਰਦੀਆਂ ਹਨ, ਇੱਕ ਦੂਜੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੀਆਂ ਤੇ ਜਿਸ ਨੂੰ ਦੇਖ ਕੇ ਉਹਨਾਂ ਦੇ ਘਰ ਵਿੱਚ ਜਿਹੜੇ ਉਹਨਾਂ ਦੇ ਪਿਤਾ ਜੀ ਹਨ ਉਹ ਬਹੁਤ ਗੁੱਸੇ ਵਿੱਚ ਆਉਂਦੇ ਹਨ। ਉਹਨਾਂ ਨੂੰ ਬਹੁਤ ਉਹਨਾਂ ਦੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਮੇਰੇ ਬਜ਼ੁਰਗ ਦਾ ਵੀ ਇਹ ਧਿਆਨ ਨਹੀਂ ਰੱਖਦੀਆਂ ਤੇ ਸਾਰਾ ਦਿਨ ਲੜਦੀਆਂ ਰਹਿੰਦੀਆਂ ਹਨ। ਪਰ ਜਦ ਕਿ ਸੱਜਣ ਤੇ ਸੁੰਦਰ ਆਪਣੀ ਘਰ ਵਾਲਿਆਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਆਪਸ ਵਿੱਚ ਲੜਾਈ ਨਾ ਕਰਿਆ ਕਰੋ, ਲੜਾਈ ਦਾ ਕੋਈ ਫਾਇਦਾ ਨਹੀਂ, ਸਾਡੇ ਘਰ ਵਿੱਚ ਤੁਸੀਂ ਕਲੇਸ਼ ਪਾਇਆ ਹੋਇਆ ਹੈ। ਆਓ ਬੱਚਿਓ ਦੇਖਦੇ ਹਾਂ ਅੱਗੇ ਇਕਾਂਗੀ ਵਿੱਚ ਕੀ ਵਾਪਰਦਾ ਹੈ। ਦ੍ਰਿਸ਼ ਚੌਥਾ। ਉਹੀ ਦਿਨ ਚੜ੍ਹਦੇ ਸੂਰਜ ਦੀ ਧੁੱਪ ਸੁੰਦਰ ਦੇ ਘਰੋਂ ਸਾਈਕਲ ਦੇ ਟੱਲੀ ਦੀ ਆਵਾਜ਼ ਦੇ ਨਾਲ ਹੀ ਜਿੰਦਾ ਅੰਦਰੋਂ ਬੋਲਦਾ ਹੈ। ਸੋ ਬੱਚਿਓ, ਅਗਲੇ ਦ੍ਰਿਸ਼ ਦੇ ਵਿੱਚ ਸਵੇਰ ਹੁੰਦੀ ਹੈ ਤੇ ਘਰੋਂ ਸੁੰਦਰ ਸਾਈਕਲ ਦੇ ਉੱਤੇ ਆਉਂਦਾ ਹੈ। ਸੁੰਦਰ ਦੇ ਘਰੋਂ ਸਾਈਕਲ ਦੀ ਟੱਲੀ ਦੀ ਆਵਾਜ਼ ਦੇ ਨਾਲ ਜਿੰਦਾ ਬੋਲਦਾ ਹੈ। ਬੱਚਿਓ, ਜਿੰਦਾ ਹੈ ਜਿਹੜਾ ਉਹ ਸੁੰਦਰ ਦਾ ਮੁੰਡਾ ਹੈ ਤੇ ਦੀਪਾ ਹੈ ਉਹ ਸੱਜਣ ਦਾ ਮੁੰਡਾ ਹੈ। ਸੋ ਜਿੰਦਾ ਕਹਿੰਦਾ ਹੈ, ਓਏ ਦੀਪਿਆ ਘੜੀਪਿਆ, ਹੋਇਆ ਤਿਆਰ ਕਿ ਹਾਲੇ ਪਟੇ ਹੀ ਸਵਾਰੀ ਜਾਣਾ ਹੈ। ਸੋ ਦੀਪਿਆ ਘੜੀਪਿਆ ਬੱਚਿਓ ਨਾਮ ਨੂੰ ਵਿਗਾੜਿਆ ਗਿਆ। ਦੀਪਿਆ ਘੜੀਪਿਆ ਇੱਕ ਦੋਨਾਂ ਦੀ ਤੁਕਬੰਦੀ ਬਣਾਈ ਗਈ ਹੈ। ਉਹ ਕਹਿੰਦਾ ਹੁਣ ਤੂੰ ਤਿਆਰ ਹੋਇਆ ਹੈ ਕਿ ਹਜੇ ਵਾਲੀ ਵਾਹੀ ਜਾਏਗਾ। ਦੀਪਾ ਹੱਥ ਵਿੱਚ ਕਿਤਾਬਾਂ ਲਈ ਅੰਦਰ ਆਉਂਦਾ ਹੋਇਆ, ਕੰਜਰ ਦਿਆ ਆਪ ਅਜੇ ਅੰਦਰ ਹੀ ਹੈ, ਮੈਨੂੰ ਹੋਕਰੇ ਮਾਰੀ ਜਾਂਦਾ ਹੈ। ਕਹਿੰਦਾ ਆਪ ਤਾਂ ਹਜੇ ਤਿਆਰ ਨਹੀਂ ਹੋਇਆ, ਮੈਨੂੰ ਕਹਿੰਦਾ ਐਵੇਂ ਹੋਕਰੇ ਮਾਰੀ ਜਾਣਾ, ਆਵਾਜ਼ਾਂ ਮਾਰੀ ਜਾਂਦਾ ਹੈ। ਜਿੰਦਾ ਕਹਿੰਦਾ ਹੈ ਬਾਹਰ ਆਉਂਦਾ ਹੋਇਆ, ਹਮ ਤੋਂ ਜਾਨੀ ਤਿਆਰ ਬਰ ਤਿਆਰ ਹੈ, ਜਰਾ ਪੱਗ ਨਹੀਂ ਸੀ ਸੂਤ ਆਉਂਦੀ, ਬਸ ਹੁਣ ਕੰਮ ਟਿਚਨ ਹੈ। ਉਹ ਕਹਿੰਦਾ ਮੈਂ ਤਾਂ ਤਿਆਰ ਹੀ ਹਾਂ। ਜਿੰਦਾ ਕਹਿੰਦਾ ਬਸ ਮੇਰੀ ਪੱਗ ਨਹੀਂ ਸੀ ਠੀਕ ਆ ਰਹੀ, ਪਰ ਹੁਣ ਕੰਮ ਟਿਚਨ ਮੀਨਸ ਹੁਣ ਬਿਲਕੁਲ ਠੀਕ ਹੈ, ਹੁਣ ਮੈਂ ਤਿਆਰ ਹਾਂ। ਦੀਪਾ ਕਹਿੰਦਾ ਸਾਲਿਆ ਕਾਲਜ ਜਾਣਾ ਕਿ ਘੋੜੀ ਚੜ੍ਹਨਾ? ਮੈਂ ਕਿਹਾ ਬੜੀ ਪੋਚ ਗੁਲਾਬੀ ਚਮਕਾਈ ਹੈ। ਕਹਿੰਦਾ ਤੂੰ ਤਾਂ ਬੜੀ ਪੱਗ ਚਮਕਾਈ ਹੈ, ਗੁਲਾਬੀ ਰੰਗ ਦੀ ਬੜੀ ਸੋਹਣੀ ਪੱਗ ਬੰਨੀ ਹੈ, ਤੂੰ ਕਾਲਜ ਜਾ ਰਿਹਾ ਹੈ ਕਿ ਵਿਆਹ ਕਰਾਉਣ ਜਾ ਰਿਹਾ? ਜਿੰਦਾ ਕਹਿੰਦਾ ਭਾਈ ਸਾਹਿਬ ਘੋੜੀ ਵੀ ਚੜ੍ਹੇਂਗੇ, ਹਮ ਕਿਸੀ ਤੋਂ ਘੱਟ ਹੈ, ਕਹਾਵਾ ਮੇਰੇ ਬੇਬੇ ਜੀ ਦਾ, ਹਮ ਕਿਸੀ ਸੇ ਕਮ ਨਹੀਂ। ਉਹ ਕਹਿੰਦਾ ਕੋਈ ਨਹੀਂ, ਘੋੜੀ ਚੜ੍ਹਨ ਤੇ ਦਿਵਾਲਾ ਦਿਨ ਵੀ ਆਏਗਾ। ਮੇਰੀ ਬੇਬੇ ਜੀ ਦੀ ਕਹਾਵਤ ਹੈ, ਕਹਾਵਤ ਮਤਲਬ ਉਹ ਹਰ ਵਾਰੀ ਇੱਕ ਗੱਲ ਆਮ ਬੋਲਦੇ ਹਨ ਕਿ ਹਮ ਕਿਸੀ ਸੇ ਕਮ ਨਹੀਂ ਹੈ, ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹਾਂ। ਦੀਪਾ ਵਿੱਚੋਂ ਕੱਟ ਕੇ ਹੌਲੀ ਬੋਲ ਸਹੁਰਿਆ, ਜੇ ਅੰਦਰੋਂ ਮਾਸੀ ਜਮਾ ਚਾਚੀ ਨੇ ਸੁਣ ਲਿਆ ਤਾਂ ਹੁਣੇ ਜੁੰਡੇ ਪੱਟ ਦੋ। ਸੋ ਬੱਚਿਓ, ਜਿਵੇਂ ਦੱਸਿਆ ਸੀ ਕਿ ਇਹਨਾਂ ਦੀਆਂ ਮਾਵਾਂ ਨੇ ਦੋਨੋਂ ਭੈਣਾਂ ਨੇਗੀਆਂ ਤੇ ਉਹਨਾਂ ਨੂੰ ਮਾਸੀ ਵੀ ਕਿਹਾ ਜਾ ਸਕਦਾ ਹੈ ਤੇ ਚਾਚੀ ਵੀ ਕਿਹਾ ਜਾ ਸਕਦਾ ਹੈ। ਉਹ ਕਹਿੰਦਾ ਜੇ ਅੰਦਰੋਂ ਚਾਚੀ ਨੇ ਸੁਣ ਲਿਆ, ਤੇਰੀ ਮਾਂ ਨੇ ਸੁਣ ਲਿਆ, ਹੁਣੇ ਵਾਲ ਪੱਟ ਦੋ। ਜਿੰਦਾ ਕਹਿੰਦਾ ਮਖਾ ਘਬਰਾ ਨਾ ਭੌਰਾ, ਬੇਬੇ ਖੇਤ ਗਈ ਹੋਈ ਹੈ। ਉਹ ਕਹਿੰਦਾ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਬੇਬੇ ਤਾਂ ਖੇਤ ਗਈ ਹੋਈ ਹੈ। ਦੀਪਾ ਹਲਾ, ਹਲਾ ਮਤਲਬ ਅੱਛਾ, ਤਾਂ ਹੀ ਖੇਡਦੀ ਹੈ ਤੇਰੀ ਕਾਟੋ ਫੁੱਲਾਂ ਤੇ, ਤਾਂ ਹੀ ਕਹਿੰਦਾ ਤੂੰ ਇੰਨਾ ਖੁਸ਼ ਦਿਖ ਰਿਹਾ ਮੈਨੂੰ, ਕਾਟੋ ਫੁੱਲਾਂ ਤੇ ਖੇਲਣੀ, ਬਹੁਤ ਖੁਸ਼ਗਵਾਰ ਹੈ ਤੂੰ। ਮੈਂ ਵੀ ਕਹਾਂ ਮਾਂ ਦਾ ਲਾਡਲਾ ਅੱਜ ਕਿਵੇਂ ਛਿੱਕਲ ਟੁੱਟੇ ਕੱਟੇ ਵਾਂਗੂ ਰਿੰਗਦਾ। ਸੋ ਜਦੋਂ ਇੱਕ ਕੱਟਾ ਬੱਚਿਓ ਮੱਝ ਦੇ ਬੱਚੇ ਨੂੰ ਕਿਹਾ ਗਿਆ ਹੈ ਤੇ ਜਦੋਂ ਉਹ ਜ਼ੋਰ ਜ਼ੋਰ ਦੀ ਰਿੰਗਦਾ ਹੈ, ਜ਼ੋਰ ਜ਼ੋਰ ਦੀ ਬੋਲਦਾ ਹੈ, ਜਦੋਂ ਉਹਨੂੰ ਭੁੱਖ ਲੱਗੀ ਹੁੰਦੀ ਹੈ, ਕਹਿੰਦਾ ਅੱਜ ਤੂੰ, ਮੈਂ ਸੋਚਿਆ ਵੀ ਤੂੰ ਵੀ ਕੱਟੇ ਵਾਂਗੂ ਕਿਵੇਂ ਰਿੰਗ ਰਿਹਾ ਹੈ। ਜਿੰਦਾ ਕਹਿੰਦਾ ਤੈਨੂੰ ਵੀ ਕਾਕਾ ਜੀ ਗੱਲਾਂ ਤਾਂ ਹੀ ਆਉਂਦੀਆਂ ਹੋਈਆਂ ਬਈ ਤਾਈ ਸ਼੍ਰੀ ਨਹੀਂ ਘਰ ਹੋਣੀ। ਉਹ ਕਹਿੰਦਾ ਲੱਗਦਾ ਹੈ ਤੇਰੀ ਮੰਮੀ ਵੀ ਘਰ ਨਹੀਂ, ਜਾਣੀ ਕਿ ਉਸਦੀ ਦੀਪੇ ਦੀ ਤਾਈ ਲੱਗੀ ਕਿ ਉਹ ਵੀ ਘਰ ਨਹੀਂ ਹੋਣੀ ਜੋ ਤੂੰ ਵੀ ਇੰਨੀਆਂ ਗੱਲਾਂ ਆ ਰਹੀਆਂ ਨੇ। ਦੀਪਾ ਆਹੋ ਆਹੋ ਹੋਰ ਕੀ, ਉਹ ਵੀ ਖੇਤ ਗਈ ਹੈ। ਜਿੰਦਾ ਅਸ਼ਕੇ ਲੈ ਫੇਰ ਤਾਂ ਬੁੱਲੇ ਲੁੱਟੀਏ, ਜਾਣੀ ਕਿ ਤੇਰੀ ਮੰਮੀ ਵੀ ਘਰ ਨਹੀਂ, ਉਹਦਾ ਕਹਿਣ ਦਾ ਭਾਵ ਹੈ ਤੇ ਮੇਰੀ ਮਾਂ ਵੀ ਘਰ ਨਹੀਂ, ਆਪਾਂ ਐਸ਼ ਕਰਦੇ ਹਾਂ। ਅਜੇ ਕਾਲਜ ਜਾਣ 'ਚ ਹੈਗਾ ਟਾਈਮ, ਚਾਹ ਚੂਹ ਦੀ ਘੁੱਟ ਹੋਰ ਪੀਏ, ਮਜ਼ਾ ਆਊ ਨੋ ਮੈਨੇਜ ਲੈਂਡ ਤੇ ਬਹਿ ਕੇ ਪੀਣ ਦਾ। ਇਸ਼ਾਰਾ ਬਾਬੇ ਦੇ ਢਾਰੇ ਤੇ ਗੱਡੇ ਦੇ ਪਹੀਏ ਵੱਲ ਕਰਕੇ। ਸੋ ਜਿਹੜਾ ਉਹ ਪਹੀਏ ਦੇ ਉੱਤੇ ਬੈਠ ਕੇ ਆਪਣਾ ਇੰਜੋਏ ਕਰਦੇ ਸੀ, ਕਹਿੰਦੇ ਉੱਥੇ ਬੈਠ ਕੇ ਮਜ਼ਾ ਆਊਗਾ। ਨੋ ਮੈਨੇਜ ਲੈਂਡ, ਕੋਈ ਜਿਸ ਦੀ ਕੋਈ ਵੰਡ ਨਹੀਂ ਹੋਈ ਹੈਗੀ, ਸਾਰੇ ਕੋਈ ਵੀ ਉੱਥੇ ਆ ਕੇ ਬੈਠ ਸਕਦਾ ਹੈ। ਤੇ ਜਿਹੜਾ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਪਿਕਚਰ ਵਿੱਚ ਦਿਖਾਏ ਸੀਗੇ ਕਿ ਜਿਹੜੇ ਗੱਡੇ ਦੇ ਟਾਇਰ ਪਏ ਹੋਏ ਸੀ, ਉਹ ਕਹਿੰਦਾ ਇੱਥੇ ਬਹਿ ਕੇ ਆਪਾਂ ਬਾਬਾ ਜੀ ਦੇ ਨਾਲ ਚਾਹ ਪੀਂਦੇ ਹਾਂ। ਦੀਪਾ ਲੈ ਫਿਰ ਮੈਂ ਚਾਹ ਲਿਆਉਣਾ, ਤੂੰ ਮਾਰ ਆਪਣੇ ਰਾਸ਼ਟਰਪਤੀ ਨੂੰ ਆਵਾਜ਼। ਰਾਸ਼ਟਰਪਤੀ ਬੱਚਿਓ ਬਜ਼ੁਰਗ ਨੂੰ ਕਿਹਾ ਗਿਆ ਹੈ ਕਿ ਤੂੰ ਬਜ਼ੁਰਗ ਨੂੰ ਆਵਾਜ਼ ਮਾਰ, ਮੈਂ ਚਾਹ ਬਣਾ ਕੇ ਲਿਆਉਣਾ ਹਾਂ। ਜਿੰਦਾ ਜ਼ੋਰ ਨਾਲ, ਮੈਂ ਕਿਹਾ ਬਾਬਾ ਜੀ ਆ ਜਾਓ ਬਾਹਰ, ਫੌਜਾਂ ਸ਼ਿਵਰਾਂ ਮੇਂ ਗਈਆਂ ਹੋਈਆਂ ਹੈ, ਮੈਦਾਨੇ ਜੰਗ ਸ਼ਾਂਤ ਹੈ। ਸੋ ਮੈਦਾਨੇ ਜੰਗ ਸ਼ਾਂਤ ਤੋਂ ਮਤਲਬ ਕਿ ਸਾਡੀਆਂ ਮੰਮੀਆਂ ਨੇ ਸਾਡੀਆਂ ਦੋਨਾਂ ਦੀਆਂ ਬੇਬਿਆਂ ਨੇ ਉਹ ਘਰ ਨਹੀਂ ਹੈਗੀਆਂ, ਉਹ ਗਈਆਂ ਹੋਈਆਂ ਨੇ ਤੇ ਮੈਦਾਨੇ ਜੰਗ ਬਿਲਕੁਲ ਸ਼ਾਂਤ ਹੋਇਆ ਹੋਇਆ, ਫੌਜਾਂ ਇੱਥੇ ਹੈ ਨਹੀਂ, ਤੁਸੀਂ ਬਾਹਰ ਆ ਜਾਓ ਤੇ ਆਪਾਂ ਬੈਠ ਕੇ ਚਾਹ ਪੀਏ।
ਬਜ਼ੁਰਗ ਅੰਦਰੋਂ ਆਉਂਦਾ ਹੋਇਆ, ਪੁੱਤਰ ਜਿੰਦੇ ਕੀ ਗੱਲ ਹੈ? ਦੀਪਾ ਪਿੱਤਲ ਦੇ ਗਲਾਸ ਚਾਹ ਲਿਆਉਂਦਾ ਹੋਇਆ, ਬਾਬਾ ਜੀ ਆਜੋ ਘੁੱਟ-ਘੁੱਟ ਚਾਹ ਪੀਏ ਤੁਹਾਡੇ ਤਕੀਏ ਤੇ ਬਹਿ ਕੇ। ਤਕੀਏ ਬੱਚੇ ਸਰਾਣੇ ਤੇ ਵੀ ਤੁਹਾਡੇ ਮੰਜੇ ਦੇ ਕੋਲ ਬੈਠ ਕੇ, ਤੁਹਾਡੇ ਤਕੀਏ ਤੇ ਬਹਿ ਕੇ ਆਪਾਂ ਚਾਹ ਪੀਂਦੇ ਹਾਂ। ਬਜ਼ੁਰਗ ਕੀ ਗੱਲ ਤੁਹਾਡੀਆਂ ਬੇਬੇ ਨਹੀਂ ਘਰ? ਜਿੰਦਾ ਤੁਹਾਨੂੰ ਪਤਾ ਹੈ ਬਾਬਾ ਜੀ, ਉਹਨਾਂ ਦੇ ਹੁੰਦਿਆਂ ਕਦੇ ਸਾਹ ਨਿਕਲਦੇ ਆ, ਅਜੇ ਮੈਂ ਤਾਂ ਹਿੰਮਤ ਕਰਕੇ ਬਾਜ ਮਾਰ ਵੀ ਲਊਂ, ਆਹ ਬਾਜਾ ਤਾਂ ਜਮਾ ਉਖਲੀ ਸਿਰ ਦਿੱਤੇ ਵਾਂਗੂ ਰਹੂ ਸਦਾ। ਉਹ ਕਹਿੰਦਾ ਵੀ ਮੈਂ ਤਾਂ ਥੋੜ੍ਹੀ ਬਹੁਤ ਹਿੰਮਤ ਕਰ ਹੀ ਲੈਂਦਾ, ਪਰ ਦੀਪਾ ਤਾਂ ਕਹਿੰਦੇ ਬਹੁਤ ਹੀ ਡਰਦਾ ਹੈ, ਇਹ ਤਾਂ ਉਸ ਸਮੇਂ ਬਿਲਕੁਲ ਵੀ ਬਾਹਰ ਨਹੀਂ ਆਉਂਦਾ। ਦੀਪਾ ਉਹ ਰਹਿਣ ਦੇ ਵੱਡਿਆ ਭਲਵਾਨਾਂ, ਗੱਲਾਂ ਆਉਂਦੀਆਂ ਇਹਨੂੰ ਬੜੇ ਜੇਠ ਮਲਾਣੀ ਨੂੰ, ਜੇਠ ਮਲਾਣੀ ਮੀਨਸ ਸ਼ਾਹੂਕਾਰ ਨੂੰ। ਤੂੰ ਚਾਹ ਪੀ ਲੈ ਘੁੱਟ। ਤਿੰਨੇ ਗੱਡੇ ਦੇ ਪਹੀਏ ਤੇ ਬਹਿ ਕੇ ਚਾਹ ਪੀਣ ਲੱਗਦੇ ਹਨ। ਬਾਬੇ ਨਾਲ ਚਹੇਡਾਂ ਕਰਦੇ ਹਨ, ਚਹੇਡਾਂ ਮਤਲਬ ਪਿਆਰ ਕਰਦੇ ਹਨ, ਗੱਲਾਂ ਮਾਰਦੇ ਨੇ, ਹੱਸਦੇ ਨੇ ਕਿ ਅਚਾਨਕ ਇੱਕ ਪਾਸਿਓਂ ਕਰਤਾਰੀ ਤੇ ਦੂਜੇ ਪਾਸਿਓਂ ਸੰਤੀ ਆਉਂਦੀ ਹੈ। ਸੰਤੀ ਕੰਬਦੀ ਹੋਈ ਆਵਾਜ਼, ਬੇ ਜਿੰਦਿਆ ਹਾਲੇ ਤੱਕ ਚਾਹ ਹੀ ਤਫ ਹੁੰਦੀ ਹੈ, ਉੱਥੇ ਕਾਲਜ ਆਥਣ ਨੂੰ ਪਹੁੰਚੇਗਾ। ਉਹ ਕਹਿੰਦੀ ਤੂੰ ਹੁਣੇ ਹਜੇ ਚਾਹ ਡੱਫੀ ਜਾਂਦਾ ਹਜੇ ਤੱਕ ਬੈਠ ਕੇ, ਤੇ ਜਦੋਂ ਤੂੰ ਜਾਏਗਾ ਉਦੋਂ ਤੱਕ ਤਾਂ ਸ਼ਾਮ ਹੋ ਜਾਊਗੀ ਕਾਲਜ ਦੇ ਵਿੱਚ, ਤੇ ਤੂੰ ਇੰਨੀ ਲੇਟ ਕਿਉਂ ਕਾਲਜ ਜਾਣਾ ਹੈ? ਕਰਤਾਰੀ ਹੋਰੀ ਕੋੜੀ ਆਵਾਜ਼, ਦੀਪਿਆ ਕਵੇਲਾ ਇੱਥੇ ਹੀ ਕਰ ਲਿਆ, ਮੈਂ ਸੋਚੀ ਜਾਂਦੀ ਹਾਂ ਤੂੰ ਸ਼ਹਿਰ ਟੱਪ ਗਿਆ ਹੋਏਗਾ, ਹਲੇ ਘਰ 'ਚ ਹੀ ਗਿੱਧਾ ਪਾਈ ਜਾਣਾ ਹੈ। ਸੋ ਦੀਪੇ ਦੀ ਮਾਂ ਵੀ ਉਸਨੂੰ, ਕਰਤਾਰੀ ਉਹ ਵੀ ਗੁੱਸੇ ਹੁੰਦੀ ਹੈ ਵੀ ਮੈਂ ਤਾਂ ਸੋਚਿਆ ਸੀ ਤੂੰ ਸ਼ਹਿਰ ਟੱਪ ਗਿਆ ਹੋਵੇਂਗਾ, ਤੂੰ ਤਾਂ ਹਜੇ ਘਰੇ ਬੈਠਾ ਆਪਣੇ ਚਹੇਡਾਂ ਕਰੀ ਜਾ ਰਿਹਾ। ਦੋਵੇਂ ਇਕੱਠੇ ਹੀ ਬੋਲਦੇ ਹਨ, ਬਸ ਬੇਬੇ ਜਾਂਦੇ ਆ। ਦੋਵੇਂ ਇੱਕ ਦੂਜੇ ਵੱਲ ਮੁਸਕੁੜੀਆਂ ਹੱਸਦੇ ਆਪਣੇ ਘਰਾਂ 'ਚੋਂ ਜਾਂਦੇ ਹਨ। ਅੰਦਰੋਂ ਸਾਈਕਲ ਦੇ ਚੱਲਣ ਤੇ ਘੰਟੀਆਂ ਮਾਰਨ ਦੀ ਆਵਾਜ਼ ਆਉਂਦੀ ਹੈ। ਬਜ਼ੁਰਗ ਦੋਹਾਂ ਵੱਲ ਵੇਖਦਾ ਹੈ, ਹੌਲੀ ਹੌਲੀ ਚਾਹ ਦੇ ਸੜਾਕੇ ਮਾਰਦਾ ਹੈ, ਤੇ ਦੋਵੇਂ ਇੱਕ ਦੂਜੇ ਵੱਲ ਝਾਕਦੀਆਂ ਸਟਿਲ ਹੋ ਜਾਂਦੀਆਂ ਹਨ। ਸਟਿਲ ਮਤਲਬ ਮੂਰਤਾਂ ਬਣ ਜਾਂਦੀਆਂ ਨੇ, ਯਾਨੀ ਕਿ ਅੱਗੋਂ ਬੇਟਾ ਫਿਰ ਦ੍ਰਿਸ਼ ਚੇਂਜ ਹੁੰਦਾ ਹੈ, ਇੱਥੇ ਹੀ ਦ੍ਰਿਸ਼ ਖਤਮ ਹੋ ਜਾਂਦਾ ਹੈ। ਦ੍ਰਿਸ਼ ਪੰਜਵਾਂ, ਫੇਡ ਇਨ। ਲਾਈਟ ਆਉਂਦੀ ਹੈ, ਵੇਲਾ ਦੁਪਹਿਰ ਦਾ। ਕਰਤਾਰੀ ਭਾਂਡੇ ਮਾਂਜ ਰਹੀ ਹੈ ਤੇ ਨਾਲੇ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੈ, ਲੱਗਦਾ ਕਿਸੇ ਗੱਲੋਂ ਤਪੀ ਹੋਈ ਹੈ, ਯਾਨੀ ਕਿ ਉਹਨੂੰ ਫਿਰ ਕੋਈ ਗੁੱਸਾ ਹੈ, ਗੁੱਸੇ ਵਿੱਚੋਂ ਫਿਰ ਬੋਲ ਰਹੀ ਹੈ। ਕਰਤਾਰੀ ਬੁਰਾ ਹਾਲ ਹੈ, ਅਕੇ ਮੈਂ ਨਹੀਂ ਕਿਸ ਦੀ ਧੌਣ ਸਹਿੰਦੀ, ਜਿਵੇਂ ਮੈਂ ਉਹਦੀ ਧੌਣ ਸਹਿਣ ਲਈ ਇੱਕ ਖਸਮ ਨਹੀਂ ਕੰਮ ਦਾ। ਕਹਿੰਦੀ ਮੈਨੂੰ ਕਹਿੰਦੀ ਰਹਿੰਦੀ ਹੈ, ਕਹਿੰਦੀ ਮੈਂ ਕਿਸੇ ਦੀ ਧੌਂਸ ਨਹੀਂ ਸਹਿਣ ਤੋਂ ਮਤਲਬ ਹੈ ਬੱਚਿਓ ਮੈਂ ਕਿਸੇ ਦਾ ਰੋਹਬ ਨਹੀਂ ਸਹਿੰਦੀ ਹੈਗੀ। ਔਰ ਕਹਿੰਦੀ ਇੱਕ ਮੇਰਾ ਖਸਮ ਹੈ, ਮੇਰਾ ਘਰ ਵਾਲਾ ਹੈ, ਕਿਸੇ ਕੰਮ ਦਾ ਨਹੀਂ, ਕੋਈ ਗੱਲ ਕਰੋ ਇਹਦੇ ਕੰਨ ਤੇ ਜੂੰ ਨਹੀਂ ਸਰਕਦੀ। ਕਹਿੰਦੀ ਇਹਨੂੰ ਕੁਛ ਵੀ ਕੰਮ ਕਹਿ ਲਓ, ਕੋਈ ਕੰਮ ਨਹੀਂ ਕਰਦਾ, ਆਖੇ ਦੱਬ ਘੁੱਟ ਕੇ ਗੁਜ਼ਾਰਾ ਕਰ ਲਓ, ਨਾ ਕਿਸੇ ਤੋਂ ਕੁਛ ਲੈ ਕੇ ਖਾਂਦਾ ਹੈ, ਮੈਂ ਕਰੂੰ ਇਹਦੀ ਹਮਕੋ ਤੁਮਕੋ ਬੰਦ। ਉਹ ਕਹਿੰਦੀ ਵੀ ਮੈਨੂੰ ਨਾ, ਮੈਂ ਆਪਣੀ ਜਿਹੜੀ ਜਠਾਣੀ ਇਹਨੂੰ ਮੈਂ ਦੱਸੂਗੀ ਪਤਾ, ਮੇਰੇ ਘਰ ਵਾਲੇ ਨੇ ਤਾਂ ਕੁਛ ਕਰਨਾ ਨਹੀਂ, ਮੈਨੂੰ ਹੀ ਕੁਛ ਕਰਨਾ ਪੈਣਾ ਹੈ। ਸੰਤੀ ਅੰਦਰੋਂ ਸੁਣ ਕੇ ਬਾਹਰ ਆਉਂਦੀ ਹੈ, ਨੀ ਕਿਹਦੀ ਕਰੇਂਗੀ ਹਮਕੋ ਤੁਮਕੋ ਬੰਦ। ਸੋ ਸੰਤੀ ਦੇ ਥੋੜੇ ਹਿੰਦੀ ਵਿੱਚ ਬੋਲਦੀ ਹੈ ਤੇ ਕਰਤਾਰੀ ਉਸਨੂੰ ਗੁੱਸੇ ਵਿੱਚ ਕਹਿ ਰਹੀ ਸੀ ਨਾ ਕਿ ਇਸਕੀ ਹਮਕੋ ਤੁਮਕੋ ਮੈਂ ਬੰਦ ਕਰੂੰਗੀ, ਜਾਣੀ ਕਿ ਤਾਂ ਬੋਲਣਾ ਬੰਦ ਕਰਾਂਗੀ। ਮੈਂ ਵੀ ਤੋੜ ਦੇ ਦੂੰ ਅੱਖਾਂ 'ਚ, ਮੈਂ ਕਹਿਨੀ ਆ ਕਹਿਣਾ ਕੀ ਹੈ, ਕੀ ਕਹਿਣਾ, ਤੂੰ ਵੱਡੀ ਹੋਵੇਂਗੀ ਤਾਂ ਆਪਣੇ ਘਰੇ ਮੇਰੇ ਨਾਲ ਆਡਾ ਨਾ ਲਾਈ, ਫੇਰ ਨਾ ਕਹੀਂ ਮੇਰੀ ਤੇ ਬੇਇੱਜ਼ਤੀ ਖਰਾਬ ਕਰ ਦਿੱਤੀ। ਬੇਇੱਜ਼ਤੀ ਮਤਲਬ ਮੇਰੀ ਤੂੰ ਜਿਹੜੀ ਜਿੰਨੀ ਕੁ ਵੀ ਇੱਜ਼ਤ ਥੋੜ੍ਹੀ ਬਹੁਤ ਆ ਉਹਦੀ ਮੈਂ ਬੇਇੱਜ਼ਤੀ ਕਰ ਦੇਵਾਂਗੀ। ਆਡਾ ਲਾ ਨਾ ਲਾਈ, ਮੇਰੇ ਨਾਲ ਤੂੰ ਕੋਈ ਵੀ ਲੜਾਈ ਨਾ ਕਰੀ, ਫਿਰ ਨਾ ਕਹੀਂ ਕਿ ਮੈਂ ਤੇਰੇ ਅੱਗੇ ਬੋਲੀ ਹਾਂ, ਯਾਨੀ ਕਿ ਮੈਂ ਤੇਰਾ ਲਿਹਾਜ਼ ਨਹੀਂ ਕੀਤਾ। ਕਰਤਾਰੀ ਨਹੀਂ ਮੈਂ ਤੈਨੂੰ ਕੁਛ ਕਿਹਾ ਹੈ, ਆਪਣੇ ਘਰ ਬੈਠੀ ਜੋ ਚਾਹਾਂ ਕਰਾਂ, ਜੋ ਜੀ ਕਰੇ ਬੋਲਾਂ। ਕਹਿੰਦੀ ਮੈਂ ਆਪਣੇ ਘਰੇ ਬੈਠੇ ਗਾਲਾਂ ਕੱਢ ਰਹੀ ਹਾਂ, ਤੈਨੂੰ ਕੀ ਹੈ? ਤੈਨੂੰ ਕੀ ਮੈਂ ਸੱਦਣ ਗਈ ਹਾਂ ਵੀ ਤੂੰ ਮੇਰੀਆਂ ਗਾਲਾਂ ਸੁਣ? ਐਵੇਂ ਟਾਰਾਂ ਮਾਰਨ ਲੱਗੀ ਹੋਈ ਹੈ, ਐਵੇਂ ਕਹਿੰਦੀ ਤੂੰ ਰੋਹ ਮਾਰੀ ਜਾਨੀ ਹੈ, ਕੰਮ ਨਾ ਕਰੇ ਕਦੇ ਐਸ ਕੋਲੇ ਲੱਗੇਗੀ, ਕਦੇ ਉਸ ਕੋਲੇ ਲੱਗੇਗੀ। ਕੋਲੇ ਮਤਲਬ ਹੋ ਗਿਆ ਬੇਟਾ ਦੀਵਾਰ ਦੇ ਕਿਸੇ ਵੀ ਕੰਧੇ ਨਾਲ, ਕਿਸੇ ਵੀ ਕੋਨੇ ਨਾਲ ਲੱਗ ਕੇ ਖੜੇ ਹੋ ਜਾਣਾ, ਉਹਨੂੰ ਕੋਲਾ ਕਿਹਾ ਜਾਂਦਾ ਹੈ। ਵੀ ਤੂੰ ਕੋਲੇ ਕੋਲ ਲੱਗ ਕੇ, ਦੀਵਾਰਾਂ ਦੇ ਕੋਲ ਲੱਗ ਕੇ ਖੜ ਕੇ ਗੱਲਾਂ ਸੁਣਦੀ ਹੈ ਵੀ ਮੈਂ ਕੀ ਗੱਲਾਂ ਕਰ ਰਹੀ ਹਾਂ। ਸਾਰਾ ਦਿਨ ਲੋਕਾਂ ਦੀਆਂ ਗੱਲਾਂ ਦੀ ਸੁੰਘ ਸੁੰਘਾਈ ਤੋਂ ਬਿਨਾਂ ਤੈਨੂੰ ਕੋਈ ਹੋਰ ਕੰਮ ਨਹੀਂ। ਇੱਕ ਉਹ ਮਾਊ ਜਿਹੇ ਤੋਂ ਨੂੰ ਹੀ ਰੋਕ ਹੁੰਦਾ ਇਹਨੂੰ, ਉਹ ਨਾ ਹੀ ਕਹਿੰਦੀ ਤੇਰਾ ਘਰ ਵਾਲਾ ਤੈਨੂੰ ਕੁਛ ਕਹਿੰਦਾ ਹੈ ਤੇ ਨਾ ਹੀ ਮੇਰਾ ਘਰ ਵਾਲਾ ਕਿਸੇ ਕੰਮ ਵਿੱਚ ਅੱਗੇ ਆਉਂਦਾ ਹੈ। ਕਹਿੰਦੇ ਤੂੰ ਸਾਰਾ ਦਿਨ ਲੋਕਾਂ ਦੀਆਂ ਚੁਗਲੀਆਂ ਕਰਦੀ ਰਹਿੰਦੀ ਹੈ, ਲੋਕਾਂ ਦੀਆਂ ਗੱਲਾਂ ਇੱਧਰ ਦੀਆਂ ਉੱਧਰ ਸੁਣਦੀ ਰਹਿੰਦੀ ਹੈ। ਜ਼ੁਬਾਨ ਸੰਭਾਲ ਕੇ ਗੱਲ ਕਰਨੀ ਵੱਡੀ ਰਕਾਨੇ। ਮੈਂ ਕਹਿੰਦੀ ਹਾਂ ਚਲੋ ਹੋਈ ਸੋਈ, ਹੁਣ ਰਹਿਣ ਦਿਆਂ, ਤੈਨੂੰ ਰਹਿਣ ਦਿਆਂ, ਤੂੰ ਸਿਰ ਤੇ ਚੜ੍ਹੀ ਆਉਣੀ ਹੈ। ਸੋ ਬੱਚਿਓ ਸੰਤੀ ਕਹਿੰਦੀ ਹੈ ਕਿ ਮੈਂ ਤੇਰਾ ਬਹੁਤ ਲਿਹਾਜ਼ ਕਰ ਲਿਆ, ਮੈਂ ਸੋਚਦੀ ਹਾਂ ਕਿ ਹੁਣ ਤੂੰ ਚੁੱਪ ਕਰ ਜਾਏਂਗੀ, ਪਰ ਤੂੰ ਤਾਂ ਮੇਰੇ ਸਿਰ ਤੇ ਚੜ੍ਹੀ ਆਉਣੀ ਹੈ। ਕਰਤਾਰੀ ਵੱਲ ਨੂੰ ਆਉਂਦੀ ਹੈ, ਉੱਧਰੋਂ ਕਰਤਾਰੀ ਉੱਠਦੀ ਹੈ, ਮਿਡ ਸਟੇਜ ਤੇ ਆ ਕੇ ਇੱਕ ਦੂਜੇ ਵੱਲ ਬਾਹਾਂ ਉਲਾਰਦੀਆਂ ਲੜਦੀਆਂ ਹਨ। ਸੋ ਦੋਨੋਂ ਇੱਕ ਦੂਜੇ ਵੱਲ ਭੱਜੀਆਂ ਆਉਂਦੀਆਂ ਹਨ, ਇੱਕ ਦੂਜੇ ਨੂੰ ਮਾਰਨ ਕੁੱਟਣ ਵਾਸਤੇ। ਕਰਤਾਰੀ ਨੀ ਮੂੰਹ ਸੰਭਾਲ ਕੇ ਗੱਲ ਕਰੀ, ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਸੰਤੀ ਨੀ ਇਹ ਗੱਲ ਤੂੰ ਵੀ ਵਿਚਾਰ ਲੈ,
ਊਂ ਵੀ ਬਣੀ ਫਿਰਦੀ ਐ, ਸਮਾਈ ਕਰ ਸਮਾਈ, ਸਮਾਈ ਮਤਲਬ ਕੁਛ ਤੂੰ ਠੰਡ ਰੱਖ। ਕਰਤਾਰੀ, ਨੀ ਤੂੰ ਆਪਣੀ ਚਮੜੀ 'ਚ ਰਹਿ, ਚਮੜੀ 'ਚ ਰਹਿ, ਤੂੰ ਵੀ ਆਪਣੀ ਔਕਾਤ ਵਿੱਚ ਰਹਿ। ਸੰਤੀ, ਤੂੰ ਆਪਣਾ ਅੱਗਾ ਵਿਚਾਰ, ਫੇਰ ਨਾ ਕਹੀਂ ਬਈ, ਉਹ ਕਹਿੰਦੀ ਤੂੰ ਆਪਣਾ ਅੱਗਾ ਪਿੱਛਾ ਦੇਖ ਲੈ, ਫੇਰ ਨਾ ਕਹੀਂ ਮੈਂ ਤੇਰੀ ਬੇਇੱਜ਼ਤੀ ਕਰ ਦਿੱਤੀ। ਗੱਲ ਅਜੇ ਵਿੱਚ ਹੀ ਸੀ ਕਿ ਅੰਦਰੋਂ ਸੁੰਦਰ ਜਿਹੜਾ ਥੋੜਾ ਨਰਮ ਸੁਭਾਅ ਦਾ ਹੈ ਉਹ ਆਉਂਦਾ ਹੈ। ਸੁੰਦਰ ਕਹਿੰਦਾ ਹੈ ਤੂੰ ਫੇਰ ਕੰਜਰਖਾਨਾ ਸ਼ੁਰੂ ਕਰ ਲਿਆ, ਤੈਨੂੰ 100 ਬੇਰਾ ਕਿਹਾ ਬਈ ਬੜੇ ਛੋਟੇ ਦਾ ਲਿਹਾਜ਼ ਕਰ ਲਿਆ ਕਰ। ਸੋ ਬੱਚਿਓ, ਅੰਦਰੋਂ ਸੁੰਦਰ ਆ ਜਿਹੜਾ ਛੋਟਾ ਭਰਾ ਹੈ ਉਹ ਆਉਂਦਾ ਹੈ, ਉਹ ਵੀ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਵੱਡੇ ਛੋਟੇ ਦਾ ਲਿਹਾਜ਼ ਹੀ ਕਰ ਲਿਆ ਕਰ, ਇਹ ਤੇਰੇ ਤੋਂ ਵੱਡੀ ਹੈ ਪਰ ਤੂੰ ਫੇਰ ਇਹਦੇ ਨਾਲ ਲੜਾਈ ਕਰੀ ਜਾਂਦੀ ਹੈ। ਸੰਤੀ, ਨਾ ਮੈਂ ਹੀ ਹਾਂ ਸਮਝਾਉਣ ਨੂੰ, ਇਹਨੂੰ ਕੋਈ ਨਹੀਂ ਅਕਲ ਦੇਣ ਵਾਲਾ। ਸੋ ਬੱਚੋ, ਸੰਤੀ ਕਹਿੰਦੀ ਹੈ ਕਿ ਸਾਰੇ ਤੁਸੀਂ ਮੈਨੂੰ ਅਕਲ ਦੇਈ ਜਾਂਦੇ ਹੋ ਪਰ ਇਹਨੂੰ ਕੋਈ ਗੱਲ ਨਹੀਂ ਕਹਿੰਦਾ। ਅਚਾਨਕ ਬਾਹਰੋਂ ਕਹੀ ਚੁੱਕੀ ਸੱਜਣ ਆਉਂਦਾ ਹੈ। ਸੰਤੀ ਦੇ ਬੋਲ ਉਹਦੇ ਕੰਨਾਂ ਵਿੱਚ ਪੈਂਦੇ ਹਨ। ਸੰਤੀ ਵੇਖਦਿਆਂ ਪੱਲਾ ਕਰ ਲੈਂਦੀ ਹੈ। ਸੋ ਜਿਹੜਾ ਬੱਚੇ ਉਹ ਸੱਜਣ ਹੈ ਉਹ ਸੰਤੀ ਦਾ ਜੇਠ ਲੱਗਦਾ ਹੈ ਤਾਂ ਉਹਨੂੰ ਦੇਖ ਕੇ ਘੁੰਡ ਕਰ ਲੈਂਦੀ ਹੈ। ਪੱਲਾ ਕਰਨਾ, ਆਪਣਾ ਮੂੰਹ ਤੇ ਅੱਗੇ ਚੁੰਨੀ ਕਰ ਲੈਣਾ। ਸੋ ਸੱਜਣ ਘਰ ਵਿੱਚ ਵੜਦਾ ਹੈ ਤੇ ਉਸਨੇ ਸਾਰੀ ਲੜਾਈ ਬਾਹਰੋਂ ਸੁਣ ਲਈ ਸੀ। ਸੱਜਣ, ਹੈਗੇ ਅਕਲ ਦੇਣ ਵਾਲੇ, ਤੁਹਾਨੂੰ ਸਾਰਿਆਂ ਨੂੰ ਅਕਲ ਦੇਣ ਵਾਲੀ ਹੈ। ਉਹ ਕਹਿੰਦਾ ਹਾਂ, ਤੁਹਾਨੂੰ ਤਾਂ ਸਾਰਿਆਂ ਨੂੰ ਕਹਿੰਦਾ, ਕਿਸੇ ਨੂੰ ਵੀ ਅਕਲ ਨਹੀਂ, ਸਭ ਨੂੰ ਹਜੇ ਅਕਲ ਦੇਣ ਵਾਲੀ ਹੈ। ਮੈਂ ਕਹਿਣਾ ਚਲੋ ਛੱਡੋ, ਚਲੋ ਛੱਡੋ, ਪਰ ਤੁਹਾਡੇ ਕੰਨ ਤੇ ਜੂੰ ਨਹੀਂ ਸਰਕਦੀ। ਅਚਾਨਕ ਕਰਤਾਰੀ ਵੱਲ, ਸੋ ਅਚਾਨਕ ਕਰਤਾਰੀ ਵੱਲ ਨੂੰ ਹੁੰਦਾ ਹੈ, ਤੂੰ ਮੈਥੋਂ ਹੁਣ ਟੰਬੇ ਖਾ ਕੇ ਹੀ ਹਟੇਂਗੀ। ਟੰਬੇ ਖਾਣਾ ਬੱਚਿਓ, ਡੰਡੇ ਖਾਣਾ, ਜਾਣੀ ਕਿ ਛਿੱਤਰ ਖਾਣਾ। ਮੇਰਾ ਇੱਕ ਵਾਰ ਕਿਹਾ ਸਮਝਾਇਆ ਨਹੀਂ ਮੰਨੀਦਾ ਥੋਤੋਂ। ਪਹਿਲਾਂ ਉਹ ਕਰਤਾਰੀ ਨੂੰ ਕਹਿੰਦਾ ਵੀ ਤੂੰ ਮੇਰੇ ਤੋਂ ਡੰਡੇ ਖਾਏਂਗੀ, ਫਿਰ ਅਗਲੀ ਗੱਲ ਉਹ ਦੋਨਾਂ ਨੂੰ ਕਹਿ ਰਿਹਾ ਵੀ ਤੁਹਾਨੂੰ ਕੋਈ ਵੀ ਗੱਲ ਪੱਲੇ ਨਹੀਂ ਪੈਂਦੀ। ਕਰਤਾਰੀ ਥੋੜਾ ਜਰ ਕੇ, ਨਾ ਜੀ ਮੈਂ ਹੁਣ ਕੀ ਕਿਹਾ, ਮੈਂ ਤਾਂ ਆਪਣੇ ਘਰ ਬੈਠੀ ਹਾਂ, ਆਪਣੇ ਆਪ ਨਾਲ ਗੱਲਾਂ ਕਰਦੀ ਸੀ, ਇਹਨੇ ਕੋਲੇ ਸੁੰਘਦੀ ਨੇ ਲਾ ਲਿਆ ਅੱਡਾ। ਉਹ ਕਹਿੰਦੀ ਜੀ ਮੈਂ ਨਹੀਂ ਲੜਾਈ ਸ਼ੁਰੂ ਕੀਤੀ, ਲੜਾਈ ਪਹਿਲਾਂ ਇਹਨੇ ਸ਼ੁਰੂ ਕੀਤੀ ਹੈ, ਮੈਂ ਤਾਂ ਘਰੇ ਬੈਠੀ ਭਾਂਡੇ ਮਾਂਜ ਰਹੀ ਸੀ ਤੇ ਆਪਣੇ ਆਪ ਵਿੱਚ ਗੱਲਾਂ ਕਰ ਰਹੀ ਸੀ। ਸੰਤੀ ਇੱਕਦਮ ਬੋਲਣ ਲੱਗਦੀ ਹੈ, ਨਾ ਮੈਂ ਲਾ ਲਿਆ ਅੱਡਾ ਕਿ ਤੂੰ। ਅਚਾਨਕ ਸੱਜਣ ਉਹਨੂੰ ਵਿੱਚੋਂ ਕੱਟ ਦਿੰਦਾ ਹੈ। ਸੋ ਸੰਤੀ ਅੱਗੇ ਫਿਰ ਲੜਨ ਵਾਸਤੇ ਬੋਲਣ ਲੱਗਦੀ ਹੈ ਤਾਂ ਸੱਜਣ ਉਹਦੀ ਗੱਲ ਨੂੰ ਵਿੱਚੋਂ ਹੀ ਟੋਕ ਦਿੰਦਾ ਹੈ, ਕੱਟ ਦਿੰਦਾ ਹੈ। ਸੱਜਣ, ਗੱਲ ਸੁਣ ਲਓ ਮੇਰੀ ਕੰਨ ਖੋਲ ਕੇ, ਤੁਸੀਂ ਦੋਵੇਂ ਤੀਵੀਂ ਖਸਮ ਤੇ ਨਾਲੇ ਤੂੰ ਕਰਤਾਰੀਏ। ਸੋ ਕਹਿੰਦਾ ਉੱਥੇ 3 ਬੰਦੇ ਹੋਰ ਖੜੇ ਸੀ, ਉਹਦਾ ਛੋਟਾ ਭਰਾ ਖੜਾ ਸੀ, ਉਹਦੀ ਘਰ ਵਾਲੀ ਸੰਤੀ ਖੜੀ ਸੀ ਤੇ ਉਹਦੀ ਆਪਣੀ ਘਰ ਵਾਲੀ ਕਰਤਾਰੀ ਖੜੀ ਸੀ। ਉਹ ਕਹਿੰਦਾ ਵੀ ਤੁਸੀਂ ਤਿੰਨੋਂ ਜਣੇ ਗੱਲ ਖੋਲ ਕੇ ਸੁਣ ਲਓ, ਦੋਵੇਂ ਤੀਵੀਂ ਖਸਮ ਤੇ ਨਾਲੇ ਤੂੰ ਕਰਤਾਰੀਏ, ਘਰ ਕਰਤੇ ਅੱਡ, ਤੁਸੀਂ ਘਰ ਤਾਂ ਪਹਿਲਾਂ ਹੀ ਅੱਡ ਕਰ ਚੁੱਕੇ ਹੋ, ਜ਼ਮੀਨ ਦਿੱਤੀ ਹੈ ਵੰਡ। ਸੋ ਕਹਿੰਦਾ ਵੀ ਸਭ ਕੁਝ ਕੰਮ ਹੋਇਆ ਪਿਆ ਹੈ, ਤੁਸੀਂ ਮੇਰੀ ਗੱਲ ਬਹੁਤ ਧਿਆਨ ਨਾਲ ਸੁਣ ਲਓ ਕਿ ਆਪਾਂ ਹੁਣ ਕਰਨਾ ਕੀ ਹੈ। ਤੁਸੀਂ ਜ਼ਿਆਦਾ ਹਰ ਗੱਲ ਵਾਸਤੇ ਛੋਟੀ ਛੋਟੀ ਗੱਲ ਪਿੱਛੇ ਲੜਾਈ ਨਾ ਕਰਿਆ ਕਰੋ। ਬਾਪੂ ਨੇ ਗੱਲ ਸਾਰੀ ਨਿਬੇੜੀ ਪਈ ਹੈ, ਆਪਣੇ ਆਪਣੇ ਘਰੇ ਰਹੋ, ਬੰਦੇ ਆਗੂ ਸਾਰੇ, ਨਹੀਂ ਫਿਰ ਜੇ ਮੈਨੂੰ ਚੜ ਗਿਆ ਨਾ ਰੌਣ, ਅਜਿਹਾ ਕਰੋ ਸਾਰਿਆਂ ਨਾਲ ਵੀ ਅਗਲਾ ਪਿਛਲਾ ਝਾਕੋਗੇ, ਸਮਝੇ। ਉਹ ਕਹਿੰਦਾ ਵੀ ਬਾਪੂ ਨੇ ਸਾਰੀ ਗੱਲ, ਸਾਰਾ ਕੁਝ ਹਿਸਾਬ ਕਿਤਾਬ ਜ਼ਮੀਨ ਦਾ ਕੀਤਾ ਹੋਇਆ ਹੈ ਤੇ ਤੁਸੀਂ ਮੈਨੂੰ ਗੁੱਸਾ ਨਾ ਚੜਾਓ, ਜੇ ਮੈਨੂੰ ਗੁੱਸਾ ਚੜ ਗਿਆ ਤਾਂ ਮੈਂ ਅੱਗੇ ਪਿੱਛੇ ਕਿਸੇ ਦਾ ਵੀ ਕੁਝ ਨਹੀਂ ਦੇਖਣਾ। ਇੰਨੀ ਜ਼ੋਰ ਨਾਲ ਸਮਝੇ ਕਹਿੰਦਾ ਹੈ ਕਿ ਬਾਰੀ ਬਾਰੀ ਸਾਰੇ ਤਰਬਕ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਪੈਂਦੇ ਹਨ। ਸੋ ਸਾਰੇ ਇੱਕ ਵਾਰੀ ਤਰਬ ਕੇ ਮੀਨਸ ਹੈਰਾਨ ਹੋ ਜਾਂਦੇ ਹਨ ਕਿ ਉਹ ਇੰਨੀ ਜ਼ੋਰ ਦੀ ਬੋਲਦਾ ਹੈ, ਸਾਰੇ ਇੱਕ ਵਾਰੀ ਡਰ ਜਾਂਦੇ ਹਨ। ਦ੍ਰਿਸ਼ 6ਵਾਂ, ਗੱਡੀ ਦੇ ਪਹੀਏ ਤੇ ਬਜ਼ੁਰਗ ਤੇ ਦੋਵੇਂ ਮੁੰਡੇ ਦੀਪਾ ਤੇ ਜਿੰਦਾ ਬੈਠੇ ਹਨ, ਗੰਭੀਰ ਗੱਲਾਂ ਬਾਤਾਂ ਕਰ ਰਹੇ ਜਾਪਦੇ ਹਨ। ਸੋ ਬੱਚੇ, ਹੁਣ ਇੱਥੇ ਦੀਪੇ ਨੂੰ, ਜਿੰਦੇ ਨੂੰ ਤੇ ਬਜ਼ੁਰਗ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਸਾਡੇ ਘਰ ਦੇ ਆਪਸ ਵਿੱਚ ਅਲੱਗ-ਅਲੱਗ ਹੋ ਜਾਣਗੇ। ਦੀਪਾ ਕਹਿੰਦਾ ਨਾ ਬਾਬਾ ਜੀ ਹੁਣ ਕਰੀਏ ਕੀ, ਚਾਰੇ ਪਾਸੇ ਅੱਗ ਮੱਚਦੀ ਹੈ, ਸਾਹ ਕਿਤੋਂ ਆਉਂਦਾ ਨਹੀਂ ਦਿਸਦਾ, ਆਹ ਲੁੱਟ ਮਾਰ ਕਤਲ ਖੋਹ ਤਾਂ ਨਿੱਤ ਦੀਆਂ ਗੱਲ ਹੋ ਗਈ ਹੈ, ਜਾਨ ਨੂੰ ਅੱਡ ਸੰਸੇ ਪਏ ਹੋਏ ਨੇ ਤੇ ਇੱਧਰ ਸਾਡੇ ਘਰ ਦੇ ਸਭ ਕਾਸੇ ਤੋਂ ਬੇਖਬਰ ਆਪਣੇ ਆਪ 'ਚ ਕੁਸ਼ਤਬਾਜ਼ੀ 'ਚ ਲੱਗੇ ਹੋਏ ਹਨ। ਇੱਥੇ ਬੇਟਿਆ ਉਹ ਦੁਨਿਆਵੀ ਮਾਹੌਲ ਦੀ ਗੱਲ ਕਰਦੇ ਨੇ ਕਿ ਦੁਨੀਆ 'ਚ ਬਾਹਰ ਬਹੁਤ ਕਤਲ ਹੋ ਰਹੇ ਨੇ, ਲੁੱਟ ਮੱਚੀ ਹੋਈ ਹੈ ਔਰ ਇੱਕ ਦੂਜੇ ਪਾਸੇ ਸਾਡੇ ਘਰਦਿਆਂ ਨੇ ਆਪਣਾ ਹੀ ਕਲੇਸ਼ ਪਾਇਆ ਹੋਇਆ ਹੈ, ਇਹਨਾਂ ਨੂੰ ਕਿਸੇ ਗੱਲ ਦੀ ਖਬਰ ਹੀ ਨਹੀਂ ਹੈ। ਜਿੰਦਾ, ਨਾ ਹੋਰ ਕੀ, ਆ ਨਿੱਤ ਕੰਜਰ ਕਲੇਸ਼, ਕੰਜਰ ਕਲੇਸ਼ ਬੱਚਿਓ ਲੜਾਈ, ਸਾਡੀਆਂ ਮਾਤਾਵਾਂ ਦੀ ਸਮਝ ਨਹੀਂ ਆਉਂਦੀ ਬਈ, ਸਿਆਣੀਆਂ ਬਿਆਣੀਆਂ ਨੂੰ ਅਸੀਂ ਸਮਝਾਉਂਦੇ ਵੀ ਕੀ ਚੰਗੇ ਲੱਗਦੇ ਹਾਂ। ਉਹ ਕਹਿੰਦੇ ਸਾਡੇ ਤੋਂ ਵੱਡੀ ਉਮਰ 'ਚ ਨੇ, ਅਸੀਂ ਉਹਨਾਂ ਨੂੰ ਕੀ ਸਮਝਾਈਏ, ਨਾ ਕੋਈ ਗੱਲ ਨਾ ਬਾਤ, ਨਿੱਤ ਆਡਾ, ਨਿੱਤ ਲੜਾਈ, ਅਕੇ ਸੂਤ ਨਾ ਪਤਾਣ, ਜੁਲਾਹੇ ਨਾਲ ਠੇਂਗਾ ਫੇਂਗੀ, ਕੋਈ ਗੱਲ ਨਹੀਂ, ਕੋਈ ਵਾਸਤਾ ਨਹੀਂ, ਬਸ ਐਵੇਂ ਛੋਟੀ ਛੋਟੀ ਗੱਲ ਪਿੱਛੇ ਲੜਾਈ ਹੈ, ਕੋਈ ਜੇ ਲੜਾਈ ਦਾ ਮੁੱਦਾ ਹੈ ਤਾਂ ਉਹਦਾ ਵਿੱਚੋਂ ਕੁਝ ਵੀ ਨਹੀਂ ਨਿਕਲ ਰਿਹਾ। ਦੀਪਾ, ਆ ਕੱਲ ਫੇਰ ਭੰਗਾਣੀ ਦਾ ਯੁੱਧ ਲਗਾਇਆ ਹੋਇਆ ਸੀ, ਕਹਿੰਦੇ ਜਦੋਂ ਅਸੀਂ ਕਾਲਜ ਗਏ ਹੋਏ ਸੀ, ਕਿਉਂ ਜਿੰਦੇ। ਸੋ ਉਹਨਾਂ ਨੂੰ ਪਤਾ ਲੱਗਿਆ ਵੀ ਜਦੋਂ ਅਸੀਂ ਕੱਲ ਕਾਲਜ ਗਏ ਹੋਏ ਸੀ, ਪਿੱਛੋਂ ਫੇਰ ਇਹਨਾਂ ਨੇ ਮਹਾਯੁੱਧ ਲਗਾਇਆ ਹੈ, ਆਪਸ 'ਚ ਲੜਾਈ ਲੜਾਈ ਹੈ। ਜਿੰਦਾ, ਆਹੋ ਮੈਨੂੰ ਵੀ ਲੱਗ ਗਿਆ ਪਤਾ, ਬਾਪੂ ਸਾਡੇ ਵਾਲੇ ਵਿਚਾਰੇ ਨਰਮ ਨੇ, ਕਹਿੰਦਾ ਸਾਡੇ ਬਾਪੂ ਵਿਚਾਰੇ ਨਰਮ ਨੇ, ਉਹਦੀ ਊਂ ਵਾਹ ਨਹੀਂ ਜਾਂਦੀ। ਕਹਿੰਦੇ ਤਾਇਆ ਜੀ ਨੇ ਫੇਰ ਚੰਗਾ ਰਗੜਿਆ, ਨਾ ਤੁਸੀਂ ਬਾਬਾ ਜੀ ਨਾ ਕਿਤੇ ਸਾਮਰਥਕ ਦਰਸ਼ਨ ਮਹਾਭਾਰਤ ਦੇ, ਤੁਸੀਂ ਕਿੱਥੇ ਰਹੇ।
ਉਹ ਕਹਿੰਦੇ ਤੁਸੀਂ ਤਾਂ ਪੂਰੇ ਦਰਸ਼ਨ ਕੀਤੇ ਹੋਣੇ ਮਹਾਭਾਰਤ ਦੇ, ਤੁਸੀਂ ਕਿੱਥੇ ਸੀ? ਬਾਬਾ ਜੀ ਨੂੰ ਪੁੱਛਦੇ ਹਨ। ਬਾਬਾ ਜੀ ਠਰਮੇ ਨਾਲ, ਰਹਿਣਾ ਕਿੱਥੇ ਹੈ ਪੁੱਤਰੋ, ਬਸ ਇਸੇ ਕੋਠੜੀ 'ਚ ਬੈਠਾ ਸੁਣਦਾ ਰਹਿੰਦਾ ਸਾਰਾ ਕੁਝ, ਨਾਲੇ ਮੇਰੀ ਸੁਣੂ ਵੀ ਕੌਣ? ਉਹ ਕਹਿੰਦੇ ਪੁੱਤ ਮੈਂ ਕਿੱਥੇ ਬੈਠਾ ਹੋਣਾ ਸੀ, ਮੈਂ ਤਾਂ ਆਪਣੀ ਕੋਠੜੀ ਸੁਣ ਬੈਠਾ ਹੁੰਨਾ, ਮੈਂ ਤਾਂ ਬੁੱਢਾ, ਮੇਰੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ, ਮੈਂ ਤਾਂ ਕੰਧੀ ਰੁਖੜੇ ਬੱਚਿਓ, ਅੱਜ ਹਾਂ ਕੱਲ੍ਹ ਨੂੰ ਨਹੀਂ ਆ, ਮੇਰੀ ਤਾਂ ਉਮਰ ਇੰਨੀ ਹੋਈ ਪਈ ਹੈ, ਬਸ ਆਹ ਦਿਨ ਦੇਖਣ ਨੂੰ ਹੀ ਜਿਉਂਦਾ ਬਚਿਆ ਸੀ, ਸੋ ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਬੁਢਾਪੇ ਵਿੱਚ ਮੈਨੂੰ ਆਹ ਬੁਰੇ ਦਿਨ ਵੀ ਦੇਖਣੇ ਪੈਣਗੇ। ਬਾਬਾ ਜੀ ਇਉਂ ਨਾ ਕਰੋ, ਸਾਡਾ ਵੀ ਮਨ ਖਰਾਬ ਹੁੰਦਾ ਹੈ। ਬਜ਼ੁਰਗ ਅੱਗੋਂ ਕਹਿੰਦਾ ਹੈ, ਹੋਰ ਪੁੱਤਰੋ, ਫੂਹੀ ਫੂਹੀ ਕਰਕੇ ਘਰ ਬੰਨਿਆ ਸੀ, ਫੂਹੀ ਫੂਹੀ ਬੱਚਿਓ, ਤੀਲਾ ਤੀਲਾ ਕਰਕੇ ਘਰ ਬੰਨਿਆ ਸੀ, ਰੌਲਾ ਗੌਲਿਆਂ ਦੇ ਉਜਾੜੇ ਸਹੇ, ਸੋ ਇੰਨੇ ਜਿਹੜੇ ਰੌਲੇ ਰੱਪੇ ਪਏ, ਵੰਡ ਹੋਈ, ਅਸੀਂ ਉਹਨਾਂ ਦੇ ਉਜਾੜ ਵਿੱਚ ਆਪਣੇ ਘਰ ਛੱਡੇ, ਤੁਹਾਡੀ ਬੇਬੇ ਨੇ ਸਾਰੀ ਉਮਰ ਨਾ ਚੱਜ ਦਾ ਖਾਇਆ ਨਾ ਹੰਢਾਇਆ, ਤੇ ਤੁਹਾਡੀ ਮਾਂ ਨੇ ਹਮੇਸ਼ਾ ਹਮੇਸ਼ਾ ਕੰਜੂਸੀਪਣਾ ਕੀਤਾ, ਉਹਨੇ ਨਾ ਚੱਜ ਦਾ ਖਾਇਆ ਨਾ ਹੰਢਾਇਆ ਕਿ ਆਪਣੇ ਬੱਚਿਆਂ ਵਾਸਤੇ ਸਭ ਕੁਝ ਬਣਾਉਂਦੀ ਰਹੀ, ਬਸ ਇਹੀ ਚਿੰਤਾ ਬਈ ਢੇਰ ਵੱਧ ਸੇ ਜੇ ਜਿੰਨੀ ਵੱਧਦੀ ਹੈ, ਦੋਹਾਂ ਪੁੱਤਾਂ ਨੂੰ ਕੋਈ ਔਖ ਨਾ ਰਹੇ, ਸੋ ਉਹਨੂੰ ਹਮੇਸ਼ਾ ਹੁੰਦਾ ਸੀ ਕਿ ਸਾਨੂੰ ਜ਼ਮੀਨ ਨਾ ਵੇਚਣੀ ਪਵੇ, ਸਾਡੇ ਪੁੱਤਾਂ ਨੂੰ ਕੋਈ ਔਖ ਨਾ ਆਵੇ। ਕਹਿੰਦੇ ਆ ਬਈ ਬੁੱਢੀਆਂ ਨੂੰ ਕੁੜੀਆਂ ਦਾ ਬਾਲ ਤੇ ਉਹ ਹੁੰਦਾ ਹੈ, ਪਰ ਉਸ ਰੱਬ ਦੀ ਬੰਦੀ ਨੇ ਆਪਣੇ ਧੀਆਂ ਨੂੰ ਜੱਗ ਬਾਹਰੋਂ ਨਹੀਂ ਕੁਝ ਦਿੱਤਾ, ਸੋ ਕਹਿੰਦੇ ਬੁੱਢੀਆਂ ਨੂੰ ਨਾ ਆਪਣੀ ਕੁੜੀਆਂ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਤੁਹਾਡੀ ਮਾਂ ਨੇ ਆਪਣੀ ਧੀ ਨੂੰ ਵੀ ਕੁਛ ਨਹੀਂ ਜ਼ਿਆਦਾ ਦਿੱਤਾ, ਬਈ ਮੇਰੇ ਪੁੱਤ ਨਾ ਰੁਲਦੇ ਫਿਰਨ ਕਿਤੇ, ਤਾਂ ਕਿ ਮੇਰੇ ਪੁੱਤ ਜਾਣਗੇ, ਪੁੱਤ ਉਹਦੇ ਕੌਣ ਸੀ? ਸੱਜਣ ਤੇ ਸੁੰਦਰ, ਉਹ ਆਪਣੇ ਦੋਹਾਂ ਪੁੱਤਰਾਂ ਨੂੰ ਪਿਆਰ ਕਰਦੀ ਸੀ ਕਿ ਇਹਨਾਂ ਦੀ ਜ਼ਮੀਨ ਵਿੱਚੋਂ ਕੁਝ ਵੀ ਅਸੀਂ ਵਧਾਈਏ, ਕਦੇ ਵੀ ਘੱਟ ਨਾ ਹੋਵੇ। ਹੌਂਕਾ ਭਰ ਕੇ, ਚੰਗਾ ਹੋਇਆ ਉਹ ਟਾਈਮ ਸਿਰ ਚਲੀ ਗਈ ਹੈ, ਨਹੀਂ ਆਹ ਦੇਖ ਕੇ ਤਾਂ ਉਹਦੀ ਜਿੰਦੀ ਦਾ ਮਰਨਾ ਹੋ ਜਾਂਦਾ, ਜਿਵੇਂ ਮੈਂ ਭੋਰਾ ਭੋਰਾ ਕਰਕੇ ਖੁਰਦਾ ਜਾਂਦਾ ਹਾਂ। ਉਹ ਕਹਿੰਦੇ ਚੰਗਾ ਉਹ ਟਾਈਮ ਸਿਰ ਮਰ ਗਈ, ਵਿਚਾਰੀ ਨੇ ਇੰਨਾ ਕੁਛ ਪੁੱਤਾਂ ਵਾਸਤੇ ਜੋੜਿਆ ਸੀ, ਤੇ ਅੱਜ ਇਹੀ ਪੁੱਤ ਲੜ ਲੜ ਮਰ ਰਹੇ ਨੇ, ਤੇ ਜੇ ਉਹਨੂੰ ਆਹ ਦਿਨ ਦੇਖਣੇ ਪੈਂਦੇ ਤਾਂ ਉਹਦਾ ਬਹੁਤ ਔਖਾ ਹੋਣਾ ਸੀ। ਦੀਪਾ ਕਹਿੰਦਾ ਹੈ, ਬਾਬਾ ਜੀ ਅਸੀਂ ਤਾਂ ਥੋਤੇ ਹੌਸਲਾ ਲੈਣਾ ਹੈ, ਸਗੋਂ ਤੁਸੀਂ ਆਪ ਹੀ ਢੇਰੀ ਢਾਈ ਜਾਂਦੇ ਹੋ। ਸੋ ਹੁਣ ਉਹਨਾਂ ਨੂੰ ਬੱਚਿਆਂ ਨੂੰ ਲੱਗਦਾ ਹੈ ਕਿ ਬਜ਼ੁਰਗ ਢੇਰੀ ਢਾ ਰਹੇ ਨੇ, ਉਹ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਥੋੜ੍ਹਾ ਹੌਸਲਾ ਰੱਖੋ, ਤੁਸੀਂ ਕਿਉਂ ਕਹਿੰਦੇ ਆਪਣਾ ਹੌਸਲਾ ਢਾਈ ਜਾਂਦੇ ਹੋ, ਅਸੀਂ ਤਾਂ ਇਹ ਕਹਿੰਦੇ ਹਾਂ ਬਈ ਅਸੀਂ ਕੋਈ ਰਲ ਕੇ ਸਕੀਮ ਬਣਾਈਏ, ਬਈ ਇਹ ਨਿੱਤ ਦਾ ਕਲੇਸ਼ ਦਾ ਕੋਈ ਹੱਲ ਬਣੇ, ਕਹਿੰਦਾ ਵੀ ਆਪਾਂ ਕੋਈ ਇਹੋ ਜਿਹੀ ਯੋਜਨਾ ਬਣਾਈਏ ਜਿਹਦੇ ਨਾਲ ਇਹ ਕਲੇਸ਼ ਹਮੇਸ਼ਾ ਵਾਸਤੇ ਖਤਮ ਹੋ ਜਾਏ। ਜਿੰਦਾ ਕਹਿੰਦਾ ਆਹੋ ਇਹੀ ਮੈਂ ਕਹਿਣਾ, ਸਾਰੇ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਨੇ, ਵਿੱਚ ਵਾਰੀ ਵਾਰੀ ਸਭ ਦੇ ਸਿਰ ਹਿਲਦੇ ਨੇ, ਸੋ ਇੱਥੇ ਬੇਟਾ ਤਿੰਨੋਂ ਬੈਠ ਕੇ ਨਾ ਯੋਜਨਾ ਬਣਾ ਰਹੇ ਨੇ ਕਿ ਆਪਾਂ ਇਸ ਘਰ ਦੇ ਕਲੇਸ਼ ਨੂੰ ਕਿਵੇਂ ਖਤਮ ਕਰ ਦਿੰਦੇ ਹਾਂ। ਸੋ ਬੱਚਿਓ ਪਾਰਟ 2 ਇੱਥੇ ਤੱਕ ਸੀ, ਇਹਦੇ ਵਿੱਚ ਆਪਾਂ ਫਿਰ ਦੇਖਿਆ ਕਿ ਦਰਾਣੀ ਜਠਾਣੀ ਕਿਵੇਂ ਲੜਦੀਆਂ ਨੇ, ਤੇ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਕਿੰਨਾ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਬਜ਼ੁਰਗ ਨੂੰ ਬਹੁਤ ਔਖਾ ਲੱਗਦਾ ਹੈ, ਤੇ ਬਜ਼ੁਰਗ ਆਪਣੀ ਘਰਵਾਲੀ ਦੀ ਵੀ ਤਾਰੀਫ ਕਰਦਾ ਹੈ ਕਿ ਤੁਹਾਡੀ ਜਿਹੜੀ ਦਾਦੀ ਸੀ ਉਹਨੇ ਬਹੁਤ ਕੁਝ ਸੰਭਾਲ ਕੇ ਰੱਖਿਆ ਸੀਗਾ, ਪਰ ਇਹਨਾਂ ਨੇ ਤਾਂ ਸਾਡੇ ਘਰ ਦੀ ਸਾਰੀ ਪੱਤ ਹੀ ਰੋਲ ਦਿੱਤੀ ਹੈ। ਸੋ ਇਹ ਸੀ ਬੱਚਿਓ ਪਾਰਟ 2, ਇਹਦੇ ਆਧਾਰ ਤੇ ਮੈਂ ਤੁਹਾਨੂੰ ਵਰਕਸ਼ੀਟ ਦੇਵਾਂਗੀ ਜੋ ਤੁਸੀਂ ਰਫ ਕਾਪੀ ਤੇ ਕਰੋਗੇ, ਤੇ ਪਾਰਟ 3 ਆਪਾਂ ਅਗਲੀ ਵਾਰ ਵਿੱਚ ਕਰਾਂਗੇ। ਧੰਨਵਾਦ।